ਜਿਨ੍ਹਾਂ ਸਤਿਪੁਰਖਾਂ ਦੀ ਆਪਾਂ ਯਾਦ ਦੇ ਵਿੱਚ ਜੁੜੇ ਹਾਂ, ਉਹਨਾਂ ਮਹਾਂਪੁਰਖਾਂ ਨੇ ਇਸ ਆਪਣੇ ਸਰੀਰ ਦੇ ਅੰਦਰ 101 ਸਾਲ 8 ਮਹੀਨੇ ਤੇ 6 ਦਿਨ ਦਾ ਜਿਹੜਾ ਸਮਾਂ ਬਸਰ ਕੀਤਾ। ਸਮੁੱਚਾ ਜੀਵਨ ਹੀ ਜੇ ਵੇਖ ਲਈਏ, 5 ਸਾਲ ਦੀ ਅਵਸਥਾ ਤੋਂ ਜਦੋਂ ਪ੍ਰਾਇਮਰੀ ਸਕੂਲ ਵਿੱਚ ਆਪ ਜੀ ਨੂੰ ਪੜ੍ਹਨੇ ਪਾਇਆ ਗਿਆ, ਤਾਂ ਉਸ ਵੇਲੇ ਪਿਤਾ ਬਾਬਾ ਹਰੀ ਸਿੰਘ ਜੀ, ਮਾਤਾ ਧਰਮ ਕੌਰ ਜੀ ਨੇ ਜਪਜੀ ਸਾਹਿਬ ਦਾ ਪਾਠ ਮਹਾਂਪੁਰਖਾਂ ਨੂੰ ਕੰਠ ਕਰਵਾਇਆ ਹੋਇਆ ਸੀ। ਤੇ ਬਾਲਕ ਅਵਸਥਾ ਤੋਂ ਹੀ ਮਾਤਾ ਪਿਤਾ ਨੇ ਲੋਰੀਆਂ ਵੀ ਨਾਮ ਦੀਆਂ ਦਿੱਤੀਆਂ, ਅੰਮ੍ਰਿਤ ਦੀਆਂ ਗੁੜਤੀਆਂ ਮਹਾਂਪੁਰਖ ਦੀ ਰਸਨਾ ਦੇ ਨਾਲ ਸੁਹਾਈਆਂ। ਫਿਰ ਉਹਨਾਂ ਨੇ ਜਿਹੜੀ ਸੰਸਾਰੀ ਵਿਦਿਆ ਵੀ ਉੱਚ ਕੋਟੀ ਦੇ ਦਰਜੇ ਦੀ ਪ੍ਰਾਪਤ ਕੀਤੀ। ਉਸ ਵੇਲੇ ਜਲੰਧਰ ਦੇ ਸਕੂਲ ਵਿੱਚ, ਜਿੱਥੇ ਫੌਜੀ ਵੀਰਾਂ ਦੇ ਐਸੇ ਵਿਦਿਆਰਥੀਆਂ ਨੂੰ ਹੀ ਰੱਖਿਆ ਜਾਂਦਾ ਸੀ ਜਿਹੜੇ ਅਵਲ ਦਰਜੇ ਵਿੱਚ ਵਿਦਿਆ ਪੜ੍ਹਦੇ ਸਨ। ਫਿਰ ਨਾਲ ਉੱਥੇ ਫੀਸ ਵੀ ਮੁਆਫ ਕੀਤੀ ਸਕੂਲ ਵਾਲਿਆਂ ਨੇ। ਮਹਾਂਪੁਰਖਾਂ ਨੂੰ ਵਜ਼ੀਫਾ ਵੀ ਦਿੰਦੇ ਰਹੇ। 10ਵੀਂ ਕਲਾਸ ਨੂੰ ਪਾਸ ਕਰਨ ਤੋਂ ਉਪਰੰਤ ਪ੍ਰੋਫੈਸਰ ਦੇ ਪਾਸ ਸਵਾਲ ਰੱਖਿਆ ਕਿ ਸੰਸਾਰ ਦਾ ਕਰਤਾ ਕੌਣ ਹੈ, ਇਹ ਸੰਸਾਰ ਕਿਸ ਨੇ ਬਣਾਇਆ। ਉਸ ਪ੍ਰੋਫੈਸਰ ਨੇ ਸਿਰ ਹਿਲਾ ਦਿੱਤਾ, ਇਹਦਾ ਜਵਾਬ ਮੋਹਨ ਸਿੰਘ ਜੀ ਮੈਂ ਨਹੀਂ ਦੇ ਸਕਦਾ। ਫਿਰ ਉੱਥੋਂ ਆਪਣੇ ਨਗਰ ਵਿੱਚ ਗਏ। ਭਾਈ ਈਸਰ ਸਿੰਘ ਜੀ ਦੀ ਪ੍ਰੇਰਨਾ ਦੇ ਸਦਕਾ ਸੰਤ ਬਾਬਾ ਕਨ੍ਹਈਆ ਸਿੰਘ ਜੀ ਪਠਲਾਵੇ ਵਾਲਿਆਂ ਦੇ ਕੋਲ ਗਏ। ਉੱਥੇ ਮਹਾਨ ਜਪ ਤਪ ਕੀਤੇ ਮਹਾਂਪੁਰਖਾਂ ਨੇ, ਤੇ ਗਿਆਨੀ ਖੇਮ ਸਿੰਘ ਜੀ ਦੇ ਪਾਸੋਂ ਸਾਰ ਕੁਤਾਬਲੀ, ਭਾਵ ਰਸ ਅੰਮ੍ਰਿਤ, ਵਿਚਾਰ ਮਾਲਾ, ਅਧਿਆਤਮ ਪ੍ਰਕਾਸ਼, ਬੈਰਾਗ ਸਤਕ, ਇਸ ਤਰ੍ਹਾਂ ਪ੍ਰਬੋਧ ਚੰਦਰ ਨਾਟਕੇ ਸਾਰੇ ਗ੍ਰੰਥ ਗਿਆਨੀ ਖੇਮ ਸਿੰਘ ਜੀ ਦੇ ਪਾਸੋਂ ਪੜ੍ਹੇ। ਜਦੋਂ ਉੱਥੇ ਵਿਦਿਆ ਪੜ੍ਹ ਰਹੇ ਸਨ ਤੇ ਨਾਲ ਸ਼ੌਂਕ ਸੀ ਬਾਲਕ ਅਵਸਥਾ ਤੋਂ ਕੁਝ ਸਮਾਂ ਬੈਠ ਕਰਕੇ ਇਕਾਂਤ ਵਿੱਚ ਸਿਮਰਨ ਕਰਨਾ, ਭਜਨ ਬੰਦਗੀ ਕਰਨੀ। ਉੱਥੇ ਮਨ ਵਿੱਚ ਫਿਰ ਐਸਾ ਜਦੋਂ ਖਿਆਲ ਉੱਠਿਆ ਤੇ ਫਿਰ ਗਿਆਨੀ ਹਰਦਿੱਤ ਸਿੰਘ ਜੀ ਨੇ ਪ੍ਰੇਰਨਾ ਦੇ ਦਿੱਤੀ। ਕਹਿੰਦੇ ਮੋਹਨ ਸਿੰਘ ਜੀ, ਤੁਸੀਂ ਅਭਿਆਸ ਕਰਨ ਦਾ ਬਹੁਤ ਸ਼ੌਂਕ ਰੱਖਦੇ ਹੋ, ਪਰਮਾਤਮਾ ਦੀ ਪ੍ਰਾਪਤੀ ਦੀ ਤੀਬਰ ਇੱਛਾ ਤੁਹਾਡੇ ਮਨ ਦੇ ਵਿੱਚ ਹੈ। ਇਸ ਸਿਮਰਨ ਨੂੰ ਤੁਸੀਂ ਅਜਪਾ ਜਾਪ ਕਰਵਾਉਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਕਰਵਾਉਣ ਵਾਸਤੇ ਗੁਰਬਾਣੀ ਦਾ ਸਹਾਰਾ ਲਵੋ। ਗੁਰਬਾਣੀ ਦਾ ਸਹਾਰਾ ਲੈਣ ਤੋਂ ਭਾਵ ਕੀ ਕਿਹਾ ਕਿ ਗੁਰਬਾਣੀ ਦੀ ਸੁਧ ਸੰਥਾ ਤੁਸੀਂ ਕਰੋ, ਫਿਰ ਕਥਾ ਗੁਰਬਾਣੀ ਦੀ ਸੁਣੋ। ਇਹ ਬਹੁਤ ਸਹਾਈ ਹੋਵੇਗੀ ਤੁਹਾਡੇ ਅਭਿਆਸ ਕਰਨ ਦੇ ਵਿੱਚ। ਉਹਨਾਂ ਨੇ ਨਾਲ ਹੀ ਕਹਿ ਦਿੱਤਾ, ਜੇ ਗੁਰਬਾਣੀ ਦੀ ਸੰਥਾ ਕਰਨੀ ਹੈ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਵਰਗਾ ਜਪੀ ਤਪੀ ਵਿਦਵਾਨ ਤਿਆਗੀ ਤੇ ਬਰਾਗੀ ਕੋਈ ਨਹੀਂ ਹੋ ਸਕਦਾ। ਉਹਨਾਂ ਕੋਲ ਚਲੇ ਜਾਓ, ਵਿਦਿਆ ਪੜ੍ਹੋ। ਮਹਾਂਪੁਰਖ ਕੁਦਰਤੀ ਜਿਸ ਵੇਲੇ ਆਨੰਦਪੁਰ ਸਾਹਿਬ ਗਏ ਸਨ, ਉੱਥੇ ਮਹਾਂਪੁਰਖਾਂ ਦੇ ਨਾਲ ਸੰਤ ਗਿਆਨੀ ਮੋਹਨ ਸਿੰਘ ਜੀਆਂ ਦਾ ਪਹਿਲੀ ਵਾਰ ਮਿਲਾਪ ਹੁੰਦਾ ਹੈ। ਜਦੋਂ ਮਿਲਾਪ ਹੋਇਆ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਮਿੱਠੜੇ ਬੋਲਾਂ ਨੇ ਐਸਾ ਹਿਰਦਾ ਖਿੱਚ ਲਿਆ ਕਿ ਕੁਝ ਦਿਨਾਂ ਤੋਂ ਬਾਅਦ ਸੰਤ ਗਿਆਨੀ ਮੋਹਨ ਸਿੰਘ ਜੀ 1938 ਵਿੱਚ ਇਸ ਜਥੇ ਵਿੱਚ ਸ਼ਾਮਲ ਹੋਣ ਵਾਸਤੇ ਇਸ ਸਥਾਨ ਤੇ ਆ ਗਏ। ਇਹ ਅਸਥਾਨ ਉਹਨਾਂ ਵੱਡਿਆਂ ਮਹਾਂਪੁਰਖਾਂ ਦਾ ਜਿੱਥੇ ਸੰਤ ਬਾਬਾ ਖਜਾਨ ਸਿੰਘ ਜੀ ਮਹਾਂਪੁਰਖਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ 3 ਬੁਨਿਆਦੀ ਅਸੂਲ ਕਮਾਏ। ਇੱਥੇ ਹਲ ਵਾਹੁੰਦਿਆਂ 51 ਪਾਠ ਜਪਜੀ ਸਾਹਿਬ ਦੇ ਅੰਮ੍ਰਿਤ ਵੇਲੇ ਕਰ ਲੈਂਦੇ ਸੀ ਸੰਤ ਬਾਬਾ ਖਜਾਨ ਸਿੰਘ ਜੀ। ਮਾਤਾ ਤਾਪ ਕੌਰ ਜੀ ਘਰ ਦੇ ਵਿੱਚ ਬੈਠਿਆਂ ਪ੍ਰਸ਼ਾਦਾ ਪਕਾਉਣਾ, ਤਾਂ ਸਿਮਰਨ ਚੱਲਦੇ ਰਹਿਣਾ, ਤੇ ਜਿਸ ਵੇਲੇ ਘਰ ਦੇ ਕਾਰਜ ਕਰਨੇ ਤਾਂ ਸਿਮਰਨ ਕਰਦਿਆਂ ਰਹਿਣਾ। ਫਿਰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਇੱਥੇ ਜਨਮ ਹੁੰਦਾ ਹੈ। ਜਿੱਥੋਂ ਭਿੰਡਰਾਂ ਵਾਲਿਆਂ ਦੀ ਆਰੰਭਤਾ ਹੁੰਦੀ, ਇਹ ਮੂਲ ਸਥਾਨ ਹੈ ਸਾਡਾ ਸਾਰਿਆਂ ਦਾ। ਫਿਰ ਇੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੇ ਕਿੰਨੇ ਜਪ ਤਪ ਇੱਥੇ ਕਰਨਾ ਕੀਤੇ। ਆਪਣੀ ਜ਼ਮੀਨ ਵਿੱਚ ਹੀ ਅਸਥਾਨ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼
ਭਿੰਡਰ ਕਲਾਂ ਇਹ ਮਹਾਂਪੁਰਖਾਂ ਨੇ ਆਪਣੇ ਹੱਥੀਂ ਬਣਵਾਇਆ। ਇਸ ਜਗ੍ਹਾ ਦੇ ਉੱਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਜੱਥਾ ਲੈ ਕਰਕੇ ਜਦੋਂ ਇੱਥੋਂ ਵਿਚਰਿਆ ਕਰਦੇ ਆਨੰਦਪੁਰ ਸਾਹਿਬ ਗਏ ਨੇ, ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਦਾ ਮਿਲਾਪ ਹੁੰਦਾ ਤੇ ਫਿਰ 1935 ਵਿੱਚ ਇਸ ਸਥਾਨ ਤੇ ਆ ਗਏ। ਮਹਾਂਪੁਰਖਾਂ ਦੇ ਜਥੇ ਵਿੱਚ 5 ਸਾਲ ਲਗਾਤਾਰ ਰਹੇ। ਉਹਨਾਂ 5 ਸਾਲਾਂ ਦੇ ਵਿੱਚ 3 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੁਣੀਆਂ, ਵਿਚਾਰੀਆਂ ਤੇ ਕਾਪੀਆਂ ਦੇ ਉੱਤੇ ਮਹਾਂਪੁਰਖਾਂ ਨੇ ਲਿਖੀਆਂ। ਇਸ ਦੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਥਾ, ਦਸਮ ਗ੍ਰੰਥ ਸਾਹਿਬ ਦੀ ਕਥਾ, ਇਸ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਭਾਈ ਗੁਰਦਾਸ ਸਾਹਿਬ ਜੀ ਦੀ ਸਮੁੱਚੀ ਬਾਣੀ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਸਮੁੱਚੀ ਬਾਣੀ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰਪੰਥ ਪ੍ਰਕਾਸ਼, ਸ੍ਰੀ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ 10ਵੀਂ, ਇਹ ਸਾਰੇ ਮਹਾਂਪੁਰਖਾਂ ਦੇ ਕੋਲੋਂ 5 ਸਾਲ ਦੇ ਸਮੇਂ ਵਿੱਚ ਅਰਥਾਂ ਦੇ ਸਮੇਤ ਮਹਾਨ ਅਧਿਐਨ ਕੀਤਾ। ਬੜੀ ਮਿਹਨਤ ਕੀਤੀ ਮਹਾਂਪੁਰਸ਼ਾਂ ਨੇ। ਫਿਰ ਜਦੋਂ ਵੇਖਿਆ ਵੀ ਇਹਨਾਂ ਨੂੰ ਗੁਰਬਾਣੀ ਦੇ ਨਾਲ ਹੋਰ ਅਧਿਆਤਮਕ ਵਿਚਾਰਾਂ ਦੇ ਨਾਲ ਅੰਨ ਮੱਤਾਂ ਦਾ ਜਿਹੜਾ ਬੋਧ ਕਰਨ ਦਾ ਵੀ ਬੜਾ ਸ਼ੌਂਕ, ਤੀਬਰ ਇੱਛਾ ਹੈ ਮਨ ਵਿੱਚ, ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਆਪ ਜੀ ਨੂੰ ਫਿਰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ 1944 ਦੇ ਵਿੱਚ ਇੱਥੋਂ ਭੇਜ ਦਿੱਤਾ। ਜਿਹੜਾ ਮੋਨੀ ਚੌਂਕ ਦੇ ਵਿੱਚ ਠਾਕੁਰਾਂ ਦਾ ਡੇਰਾ ਹੈ, ਇੱਥੇ ਮਹਾਂਪੁਰਖਾਂ ਨੇ ਆਪਣਾ ਆਸਣ ਰੱਖਿਆ ਹੋਇਆ ਸੀ, ਇੱਥੇ ਆਰਾਮ ਕਰਿਆ ਕਰਦੇ। ਫਿਰ ਉੱਥੇ ਪੰਡਤ ਅਨੋਖ ਸਿੰਘ ਜੀ ਜਿਹੜੇ ਮਹਾਨ ਵਿਦਵਾਨ ਸਨ, ਉਹਨਾਂ ਦੇ ਕੋਲ ਵਿਚਾਰ ਸਾਗਰ ਪੜ੍ਹਨਾ ਮਹਾਂਪੁਰਖਾਂ ਨੇ, ਤੇ ਇਸੇ ਪ੍ਰਕਾਰ ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਇਹ ਜਿਹੜੇ ਗ੍ਰੰਥ ਪੜ੍ਹੇ, ਤੇ 5ਵੀਂ ਜਿਹੜੀ ਰੁੱਤ ਸੀ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਹ ਵੀ ਚੰਗੀ ਮਿਹਨਤ ਦੇ ਨਾਲ ਉੱਥੇ ਮਹਾਂਪੁਰਖਾਂ ਨੇ ਵਿਚਾਰੀ ਤੇ ਕਾਪੀ ਦੇ ਉੱਪਰ ਉਹ ਨੋਟ ਕੀਤੀ। ਇਸੇ ਪ੍ਰਕਾਰ ਫਿਰ ਉੱਥੇ ਠਾਕੁਰਾਂ ਦੇ ਡੇਰੇ ਵਿੱਚ ਨਿਵਾਸ ਰੱਖਦਿਆਂ ਜਦੋਂ ਉੱਥੇ ਪੰਡਤ ਅਨੋਖ ਸਿੰਘ ਜੀ ਦੇ ਕੋਲ ਪੜ੍ਹਨ ਜਾਇਆ ਕਰਦੇ ਸਨ, ਉਹ ਸੁਭਾਅ ਦੇ ਬੜੇ ਕਠਿਨ ਸਨ। ਉਹ ਕਹਿ ਦਿੰਦੇ ਸੀ ਜੇ ਵਿਦਿਆ ਪੜ੍ਹਨ ਵਾਸਤੇ ਆਉਣਾ 1 ਮਿੰਟ ਵੀ ਸਮਾਂ ਖੁੰਝਣਾ ਨਹੀਂ ਚਾਹੀਦਾ। ਜੇ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਕਹਿ ਦੇਣਾ 1:25 ਤੇ ਆ ਜਾਵੀਂ ਪੜ੍ਹਨ ਵਾਸਤੇ ਅੰਮ੍ਰਿਤ ਵੇਲੇ, ਤਾਂ 1:20 ਤੇ ਮਹਾਂਪੁਰਖ ਦਰਵਾਜ਼ੇ ਤੇ ਖੜ ਜਾਂਦੇ ਸੀ ਜਾ ਕਰਕੇ। ਜੇ ਕਿਤੇ 26 ਮਿੰਟ ਹੋ ਜਾਂਦੇ ਤੇ ਉਹ ਪੰਡਿਤ ਸਾਹਿਬ ਅਨੋਖ ਸਿੰਘ ਜੀ ਦਰਵਾਜ਼ਾ ਨਹੀਂ ਖੋਲ੍ਹਦੇ ਸਨ। ਇਸ ਤਰ੍ਹਾਂ ਉੱਥੇ ਮਹਾਂਪੁਰਖਾਂ ਨੇ ਇਹ ਐਸੇ ਜਿਹੜੇ ਗ੍ਰੰਥਾਂ ਦਾ ਅਧਿਐਨ ਕਰਨਾ ਕੀਤਾ। ਨਾਲ ਹੀ ਫਿਰ ਪੰਡਿਤ ਅਮਰ ਸਿੰਘ ਜੀ ਦੇ ਕੋਲੋਂ ਰੂਪਦੀਪ ਪਿੰਗਲ ਤੇ ਸ਼ਾਂਤ ਜਿਹੜੀ ਰਤਨਾਵਲੀ ਹੈ, ਇਹ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਮਹਾਂਪੁਰਖਾਂ ਨੇ ਇਹ ਜਿਹੜੀ ਵਿਦਿਆ ਪ੍ਰਾਪਤ ਕੀਤੀ। ਫਿਰ ਮਹੰਤ ਗਣੇਸ਼ਾ ਸਿੰਘ ਜੀ, ਇਹਨਾਂ ਦੇ ਕੋਲ ਮਹਾਂਪੁਰਖਾਂ ਨੇ ਵੈਦਿਕ ਦੇ ਜਿਹੜੇ ਗ੍ਰੰਥ ਸਨ ਇਹ ਚੰਗੀ ਤਰ੍ਹਾਂ ਪੜ੍ਹੇ ਤੇ ਉਹਨਾਂ ਨੂੰ ਨੋਟ ਕੀਤਾ, ਅਰਥਾਂ ਦੇ ਸਮੇਤ ਲਿਖਣਾ ਕੀਤੇ। ਗਿਆਨੀ ਰਾਮ ਸਿੰਘ ਜੀ ਸਨ, ਉਹਨਾਂ ਨੂੰ ਮਹਾਂਪੁਰਖਾਂ ਨੇ ਆਪਣੇ ਵੱਲੋਂ ਉਰਦੂ ਪੜ੍ਹਾਇਆ ਤੇ ਉਹਨਾਂ ਕੋਲੋਂ ਪ੍ਰਬੋਧ ਚੰਦਰ ਨਾਟਕ ਤੇ ਬੈਰਾਗ ਸਾਤਕ ਜਿਹੜੇ ਗ੍ਰੰਥ ਸੀ, ਇਹ ਚੰਗੀ ਤਰ੍ਹਾਂ ਦੁਬਾਰੇ ਇਹਨਾਂ ਨੂੰ ਵਿਚਾਰਨਾ ਕੀਤਾ, ਮਿਹਨਤ ਕੀਤੀ ਮਹਾਂਪੁਰਖਾਂ ਨੇ। ਇਸੇ ਪ੍ਰਕਾਰ ਸੰਤ ਦਲੀਪ ਸਿੰਘ ਜੀ ਸਨ, ਉਹਨਾਂ ਦੇ ਕੋਲੋਂ ਗੱਤਕੇਬਾਜ਼ੀ ਦੀ ਵਿਦਿਆ ਜਿਹੜੀ ਇਹ ਮਹਾਂਪੁਰਖਾਂ ਨੇ ਹਾਸਲ ਕੀਤੀ। ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਅਣਥੱਕ ਮਿਹਨਤ ਅੰਮ੍ਰਿਤਸਰ ਦੀ ਧਰਤੀ ਤੇ ਕੀਤੀ, ਉੱਥੇ ਬਹੁਤਾ ਕੋਈ ਐਸਾ ਖੁੱਲ੍ਹਾ ਵਾਤਾਵਰਣ ਨਾ ਹੋਣ ਕਰਕੇ ਸਮੇਂ ਅਨੁਸਾਰ ਭੋਜਨ ਪ੍ਰਸ਼ਾਦਾ ਨਾ ਮਿਲਣਾ, ਸਿਹਤ ਮਹਾਂਪੁਰਖਾਂ ਦੀ ਬੜੀ ਕਮਜ਼ੋਰ ਹੋ ਗਈ ਸੀ। ਸਿਹਤ ਢਿੱਲੀ ਹੋਈ ਤੇ ਫਿਰ ਇਸੇ ਸਥਾਨ ਤੇ ਮਹਾਂਪੁਰਖਾਂ ਦੇ ਪਾਸ ਆ ਗਏ। ਇੱਥੋਂ ਫਿਰ ਧੀਰੇ ਪੱਤਰੇ ਜਾ ਕਰਕੇ ਕਿੰਨਾ ਲੰਬਾ ਸਮਾਂ ਭਗਤ ਉਜਾਗਰ ਸਿੰਘ ਜੀ ਕਾਨਾ ਕਾਸ਼ਾ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬੇਹੱਦ ਪਿਆਰ ਸੀ, ਕਿਉਂਕਿ ਉਹ ਵੀ ਨਾਮ ਦੇ ਵਿੱਚ ਰੰਗੀ ਹੋਈ ਰੂਹ ਸਨ, ਨਾਮ ਬਾਣੀ ਦੇ ਰਸੀਏ ਸੀ। ਉਹਨਾਂ ਦੇ ਅੰਦਰ ਤੇ ਇੰਨਾ ਤੇਜ ਪ੍ਰਤਾਪ ਨਾਮ ਦਾ ਕਿ ਜਿਸ ਤਰ੍ਹਾਂ ਟਿਊਬਾਂ ਜਗਦੀਆਂ ਨਾੜੀਆਂ ਵਿੱਚੋਂ ਇਸ ਤਰ੍ਹਾਂ ਚਾਨਣ ਸਿਮਰਨ ਦੇ ਨਾਲ ਹੋ ਜਾਂਦਾ ਸੀ।
ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਉਹਨਾਂ ਨੂੰ ਉੱਚੇ ਆਸਣ ਤੇ ਬਿਠਾਇਆ ਕਰਦੇ, ਸੱਜੇ ਪਾਸੇ ਬਿਠਾ ਕੇ ਉਹਨਾਂ ਦਾ ਸਤਿਕਾਰ ਕਰਿਆ ਕਰਦੇ। ਉਹਨਾਂ ਨੇ ਫਿਰ ਮਹਾਂਪੁਰਖਾਂ ਦੇ ਪਾਸੋਂ ਧੀਰੇ ਪੱਤਰੇ ਸਥਾਨ ਤੇ ਉੱਥੇ ਇੱਕ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਵਾਈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਲੈ ਕਰਕੇ ਸਮੁੱਚੀ ਕਥਾ ਜਿਸ ਵੇਲੇ ਸੰਪੂਰਨ ਹੋਈ, ਕਥਾ ਦੇ ਭੋਗ ਉੱਪਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਬੁਲਾਇਆ ਗਿਆ। ਸਾਰਾ ਜੱਥਾ ਧੀਰੇ ਪੱਤਰੇ ਗਿਆ। ਜਦੋਂ ਕਥਾ ਦਾ ਭੋਗ ਪਿਆ, ਉਸ ਤੋਂ ਬਾਅਦ ਮਹਾਂਪੁਰਖਾਂ ਨੇ ਅੱਗੇ ਹੋ ਕੇ ਨਗਰ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਬੇਨਤੀ ਕੀਤੀ, ਇੱਥੇ ਗੁਰ ਅਸਥਾਨ ਤਿਆਰ ਕੀਤਾ ਜਾਵੇ। ਕਰ ਕਮਲਾਂ ਵਿੱਚ ਪਰਨੇ ਨਾਲ ਇੱਟ ਫੜ ਕਰਕੇ ਨੀਂਹ ਪੱਥਰ ਉਹਨਾਂ ਨੇ ਜੀ ਰੱਖਿਆ ਤੇ ਧੀਰੇ ਪੱਤਰੇ ਵਿਖੇ ਗੁਰਦੁਆਰਾ ਸਾਹਿਬ ਦਾ ਹੀ ਰੱਖਿਆ। ਮਨ ਵਿੱਚ ਖਿਆਲ ਆਉਂਦੇ ਨੇ, ਪੁਰਾਣੇ ਮਹਾਂਪੁਰਖਾਂ ਦੇ ਜੀਵਨ ਵੇਖੀਏ। ਇੱਕ ਅਭਿਆਸੀ ਨਾਮ ਬਾਣੀ ਵਿੱਚ ਰੰਗੀ ਹੋਈ ਆਤਮਾ ਨੇ ਬਚਨ ਸੁਣਾਇਆ, ਕਹਿੰਦੇ ਗਿਆਨੀ ਜੀ ਇੱਕ ਦਿਨ ਮਨ ਵਿੱਚ ਫੁਰਨਾ ਆ ਗਿਆ ਵੀ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਦਾ ਜੀਵਨ ਕਮਾਲ ਦਾ ਜੀਵਨ ਸੀ। ਉਹਨਾਂ ਦਾ ਜੇ ਦਰਸ਼ਨ ਕਰਨੇ ਹੁਣ ਅੱਜ ਕੌਣ ਮਿਲ ਸਕਦਾ ਦੁਨੀਆ ਵਿੱਚ ਉਹਨਾਂ ਵਰਗਾ। ਕਹਿੰਦੇ ਮੈਂ ਅਰਦਾਸ ਕਰ ਦਿੱਤੀ, ਰਾਤ ਨੂੰ ਸੁੱਤਾ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ 12 ਵਜੇ ਤੱਕ ਜਿਹੜਾ ਸੁਪਨਾ ਅੰਮ੍ਰਿਤ ਵੇਲੇ ਅਨੁਭਵ ਹੁੰਦਾ ਗੁਰਮੁਖਾਂ ਦਾ, ਕਹਿੰਦੇ ਅਨੁਭਵ ਦੇ ਅੰਦਰ ਮੈਨੂੰ ਸਤਿਗੁਰਾਂ ਨੇ ਦਿਖਾਇਆ ਜੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ ਤੇ ਭਿੰਡਰ ਕਲਾਂ ਚਲੇ ਜਾਓ, ਸੰਤ ਗਿਆਨੀ ਮੋਹਨ ਸਿੰਘ ਜੀ ਦੇ ਦਰਸ਼ਨ ਕਰ ਲਓ। ਕਹਿੰਦਾ ਜਦੋਂ ਮੈਂ ਆਇਆ ਤੇ ਇੱਥੇ ਆ ਕਰਕੇ ਮਹਾਂਪੁਰਖ ਕਹਿੰਦੇ ਕਿਉਂ ਅਰਦਾਸਾਂ ਬੇਨਤੀਆਂ ਕਰਦਾ ਫਿਰਦਾ, ਸਤਿਗੁਰੂ ਤੇ ਸਾਰੀ ਜਗ੍ਹਾ ਪਰਿਪੂਰਨ ਹਨ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦਾ ਤਿਆਗ ਵੇਖਿਆ ਸੀ, ਸੁਣਿਆ ਸੀ, ਕਿਉਂਕਿ ਦਰਸ਼ਨ ਅਸੀਂ ਨਹੀਂ ਕੀਤੇ ਉਹਨਾਂ ਦੇ। ਉਹਨਾਂ ਦੇ ਜੇ ਦਰਸ਼ਨ ਅੱਜ ਦੇ ਸਮੇਂ ਵਿੱਚ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚੋਂ ਪੁਰਾਤਨ ਸਾਧੂਆਂ ਦੇ ਝਲਕਾਰੇ ਡੁੱਲ ਡੁੱਲ ਕੇ ਵੱਜਦੇ ਨੇ। ਜਦੋਂ ਧੀਰੇ ਪੱਤਰੇ ਸਥਾਨ ਤੋਂ ਫਿਰ ਮਹਾਂਪੁਰਖ ਵੱਡਿਆਂ ਦਾ ਸਰੀਰ ਕੁਝ ਢਿੱਲਾ ਮੱਠਾ ਰਹਿਣ ਲੱਗ ਪਿਆ ਤੇ 1956 ਦੇ ਵਿੱਚ ਫਿਰ ਇੱਥੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਜਿਹੜੇ ਅੰਮ੍ਰਿਤ ਵਾਹਿਗੁਰੂ ਸ਼ਾਮ ਦੇ ਵੇਲੇ ਕਥਾ ਕਰਿਆ ਕਰਦੇ ਇਤਿਹਾਸ ਦੀ, ਤੇ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੂੰ ਵੱਡਿਆਂ ਨੇ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਦੀ ਡਿਊਟੀ ਲਾ ਦਿੱਤੀ। ਜਦੋਂ ਕਿਤੇ ਸਿੰਘ ਸਾਹਿਬ ਜੀ ਬਾਹਰ ਅੰਦਰ ਜਾਂਦੇ ਤੇ ਫਿਰ ਦੋਨੇ ਵਕਤ ਜਿਹੜੀ ਕਥਾ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਇਹਨਾਂ ਸਥਾਨਾਂ ਤੇ ਕਰਿਆ ਕਰਦੇ। ਸੋ ਰਹੋ ਵਿਚਾਰ ਬਹੁਤ ਲੰਬਾ ਉਹਨਾਂ ਮਹਾਂਪੁਰਖਾਂ ਦਾ ਇਤਿਹਾਸ ਹੈ। ਫਿਰ ਜਿਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਮਹਾਂਪੁਰਖਾਂ ਦਾ ਪੰਜ ਭੌਤਿਕ ਸਰੀਰ ਸ਼ਾਂਤ ਹੋਇਆ ਤਾਂ ਇਸ ਸਥਾਨ ਉੱਪਰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪ੍ਰਮੁੱਖ ਵਿਦਿਆਰਥੀਆਂ ਵਿੱਚੋਂ ਸੰਤ ਬਾਬਾ ਅਜਾਇਬ ਸਿੰਘ ਜੀ ਬੋਪਾ ਰਾਏ ਵਾਲੇ, ਮਹਾਨ ਤਿਆਗ ਵੈਰਾਗ ਦਾ ਸਵਰੂਪ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਲਧਾਈਕਿਆਂ ਵਾਲੇ, ਸੰਤ ਬਾਬਾ ਇੰਦਰ ਸਿੰਘ ਜੀ ਵੱਡੇ ਮਹਾਂਪੁਰਖਾਂ ਦੇ ਜਿਹੜੇ ਭਰਾਤਾ ਜਿਨ੍ਹਾਂ ਨੇ ਬੱਧਨੀ ਕਲਾਂ ਵਿਖੇ ਮਹਾਨ ਸੇਵਾਵਾਂ ਸਥਾਨਾਂ ਤੇ ਕੀਤੀਆਂ, ਉਹਨਾਂ ਦੇ ਨਾਲ ਭਗਤ ਉਜਾਗਰ ਸਿੰਘ ਜੀ ਕਾਨਾ ਕਾਸ਼ਾ, ਇਹ ਵੱਡੇ ਮਹਾਂਪੁਰਖਾਂ ਦੇ ਜਿੰਨੇ ਵਿਦਿਆਰਥੀ ਸਨ ਇਕੱਤਰ ਹੋਏ ਵੀ ਅਸਥਾਨ ਦੇ ਉੱਪਰ ਮਹਾਨ ਜਿਹੜੀ ਵਿਦਿਆ ਇਹ ਚੱਲਦੀ ਰਹੇ, ਜਾਪ ਤਪ ਇੱਥੇ ਹੁੰਦਾ ਰਹੇ। ਸਮੇਂ ਨਾਲ ਮਹਾਂਪੁਰਖ ਇੱਥੇ ਕਥਾ ਵਿੱਚ ਆਪ ਜੀ ਸੁਣਦੇ ਰਹੇ ਵੀ ਜਾਪ ਤਪ ਜਿਹੜਾ 1-2 ਪੀੜ੍ਹੀਆਂ ਚੱਲਦਾ, ਤੀਜੀ ਪੀੜ੍ਹੀ ਦਾ ਖਾਤਮਾ ਹੋ ਜਾਂਦਾ। ਇਸ ਲਈ ਕਿਹਾ ਕਰਦੇ ਸੀ ਸੰਤ ਬਾਬਾ ਖਜਾਨ ਸਿੰਘ ਜੀ ਨੇ ਤਪ ਕੀਤੇ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੇ ਇੱਥੇ ਤਪ ਕੀਤੇ ਨੇ, ਤੇ ਅਸੀਂ ਵੀ ਸਿੰਘਾਂ ਨੂੰ ਕਹਿੰਦੇ ਵੀ ਜਿੰਨੇ ਤੁਸੀਂ ਰਹਿੰਦੇ ਇੱਥੇ ਜਪ ਤਪ ਕਰੋ। ਇਹ ਜਪ ਤਪ ਦਾ ਸਥਾਨ ਹੈ। ਇੱਥੇ ਮਹਾਂਪੁਰਖਾਂ ਨੇ ਉੱਚ ਕੋਟੀ ਦੀ ਅਧਿਆਤਮਕ ਵਿਦਿਆ ਸਿੰਘਾਂ ਨੂੰ ਵੰਡੀ ਹੈ। ਜਿੰਨੇ ਸਿੰਘ ਸਟੇਜ ਉੱਪਰ ਸੁਭਾਈਮਾਨ ਮਹਾਂਪੁਰਖਾਂ ਦੇ ਵਿਦਿਆਰਥੀ ਮੰਡਲ ਜਿੰਨੇ ਸੰਗਤ ਵਿੱਚ ਬੈਠੇ, ਇੱਕ ਦੂ ਇੱਕ ਚੜ੍ਹੰਦੀਆਂ ਅਵਸਥਾ ਦੇ
ਮਾਲਕ ਵੀ ਨੇ ਤੇ ਮਹਾਨ ਵਿਦਵਾਨ ਵੀ ਹਨ। ਸਾਰੀ ਵਿਦਿਆ ਪੜ੍ਹਾ ਕਰਕੇ ਫਿਰ ਮਹਾਂਪੁਰਖਾਂ ਨੇ ਕਹਿਣਾ ਭੁੱਲ ਜਾਓ ਜਿਹੜੀ ਵਿਦਿਆ ਪੜ੍ਹੀ ਹੈ। ਜਦੋਂ ਆਪਣਾ ਤੁਹਾਡਾ ਅੰਦਰੋਂ ਹੰਕਾਰ ਨਿਵਰਤ ਹੋ ਜਾਵੇਗਾ, ਨਿਮਰਤਾ ਆ ਜਾਣੀ, ਤੇ ਫਿਰ ਅੰਦਰੋਂ ਜਿਹੜੇ ਅਰਥ ਫੁੱਟਣਗੇ ਉਹ ਅਨੁਭਵੀ ਹੋਣਗੇ। ਇਹ ਉਹਨਾਂ ਮਹਾਂਪੁਰਖਾਂ ਨੇ ਇੱਥੇ ਮਹਾਨ ਜਪ ਤਪ ਕੀਤੇ। ਫਿਰ ਉਹਨਾਂ ਵੱਡੇ ਮਹਾਂਪੁਰਖਾਂ ਨੇ, ਸਮੁੱਚੀਆਂ ਸੰਗਤਾਂ ਨੇ, ਉਸ ਵੇਲੇ ਸੰਤ ਬਾਬਾ ਫਤਿਹ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਸੰਤ ਬਾਬਾ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਸਾਰਿਆਂ ਨੇ ਇਕੱਤਰ ਹੋ ਕਰਕੇ ਭਿੰਡਰਾਂ ਸੰਪਰਦਾਇ ਦੀ ਇੱਥੋਂ ਸਥਾਨਾਂ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਇਹ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੂੰ ਬਖਸ਼ੀਆਂ। ਕਦੇ ਠਾਕੁਰਾਂ ਦੇ ਡੇਰੇ ਦੀ ਵੀ ਮਹੰਤੀ ਦਿੰਦੇ ਸੀ, ਠੁਕਰਾ ਦਿੱਤੀ ਸੀ। ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਵਾਲੇ ਸਾਰੇ ਸਥਾਨਾਂ ਦੀਆਂ ਸੇਵਾ ਦੇਣ ਲੱਗੇ ਸੀ, ਤੇ ਉਹ ਵੀ ਕਹਿ ਦਿੱਤਾ ਸੀ ਹੁਕਮਨਾਮਾ ਲਵਾਂਗੇ, ਜੇ ਹੁਕਮਨਾਮੇ ਵਿੱਚ ਸੇਵਾ ਦਾ ਇੱਕ ਵੀ ਜ਼ਿਕਰ ਆ ਗਿਆ ਮੈਂ ਸੇਵਾ ਲੈ ਲਵਾਂਗਾ। ਹੁਕਮਨਾਮਾ ਆਇਆ ਸੀ ਜੈਤ ਸ੍ਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਵੰਝ। ਕਹਿੰਦੇ ਮਹਾਂਪੁਰਖੋ ਬੇਨਤੀ ਮੰਨੋ ਮੇਰੀ, ਮੈਨੂੰ ਜਪ ਤਪ ਕਰਨ ਦਾ, ਨਾਮ ਜਪਣ ਦਾ ਮਹਾਰਾਜ ਨੇ ਹੁਕਮ ਕਰ ਦਿੱਤਾ ਹੈ। ਕਦੇ 1.25 ਲੱਖ ਪੌਂਟਾ ਸਾਹਿਬ ਦੀ ਧਰਤੀ ਤੇ ਬੈਠ ਕਰਕੇ ਜਪਜੀ ਸਾਹਿਬ ਦੇ ਜਾਪ ਕਰਨੇ, ਕਦੇ ਆਨੰਦਪੁਰ ਦੀਆਂ ਪਹਾੜੀਆਂ ਵਿੱਚ 11 ਮਹੀਨੇ ਲੁਕ ਕਰਕੇ ਬੈਠੇ ਰਹਿਣਾ, ਕਦੇ ਹਜੂਰ ਸਾਹਿਬ ਦੀ ਧਰਤੀ ਤੇ ਮਾਤਾ ਜੀ ਦੇ ਸਥਾਨ ਤੇ, ਕਦੇ ਗੋਦਾਵਰੀ ਵਿੱਚ ਖੜ ਕਰਕੇ ਉੱਥੇ ਜਪਜੀ ਦੇ ਪਾਠ ਜਾਪ ਕਰਨੇ, ਵੱਡੇ ਵੱਡੇ ਜਿਹੜੇ ਕੜਾਹੇ ਮਾਂਜਣੇ, ਸੇਵਾ ਕਰਨੀਆਂ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਉੱਥੇ ਤਖਤ ਦੇ ਉੱਪਰ ਜਦੋਂ ਕਥਾ ਕਰਵਾਈ ਹਜੂਰ ਸਾਹਿਬ, ਸੰਗਤਾਂ ਆਸ਼ ਕਰ ਉੱਠੀਆਂ ਸਨ। ਕਹਿੰਦੀਆਂ ਅਸੀਂ ਤੇ ਮੋਹਨ ਸਿੰਘ ਜੀ ਨੂੰ ਐਵੇਂ ਸਮਝਦੇ ਰਹੇ, ਇਹਨਾਂ ਮੂਹਰੇ ਬਰਤਨ ਸੁੱਟਦੇ ਰਹੇ ਵੀ ਇਹ ਤਾਂ ਬਰਤਨ ਮਾਂਜਣ ਵਾਸਤੇ ਆਏ ਨੇ। ਵਿਦਵਤਾ ਡੁੱਲ ਡੁੱਲ ਕੇ ਮਹਾਂਪੁਰਖਾਂ ਦੀ ਪੈਂਦੀ ਸੀ। ਜਦੋਂ ਅਸੀਂ ਕਥਾ ਸੁਣਦੇ ਸੀ ਇੱਥੇ ਸੰਗਰਾਂਦ ਨੂੰ ਆ ਕਰਕੇ, ਆਪਾਂ ਸਾਰੀਆਂ ਸੰਗਤਾਂ ਤੇ ਸਾਡੇ ਸਿਰਾਂ ਦੇ ਉੱਪਰ ਦੀ ਗਿਆਨ ਲੰਘੀ ਜਾਂਦਾ ਸੀ। ਇਹ ਮਹਾਂਪੁਰਖ ਕਮਾਈ ਵਾਲਿਆਂ ਦੀਆਂ ਸਾਧ ਸੰਗਤ ਨਿਸ਼ਾਨੀਆਂ ਨੇ। ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਫਿਰ ਸਾਖੀ ਸੁਣਾ ਦਿੰਦੇ ਸੀ। ਕਈ ਵਾਰੀ ਐਸੇ ਬਚਨ ਉਹਨਾਂ ਨੇ ਅੰਦਰ ਕੋਠੀ ਵਿੱਚ ਕਰਨੇ। ਇੱਕ ਵਾਰੀ ਗੁਰਮੁਖਤਾਈ ਦੇ ਬਚਨ ਪਿਛਲੇ ਸਾਲ 2019 ਵਿੱਚ ਮਹਾਂਪੁਰਖਾਂ ਦਾ ਜਿਸ ਦਿਨ 100 ਸਾਲਾ ਸੀ ਜਨਮ ਦਿਨ, ਦਾਸ ਰਾਏਕੋਟ ਵੱਲ ਸਮਾਗਮ ਤੇ ਆਇਆ ਸੀ। ਮਨ ਵਿੱਚ ਹੀ ਫੁਰਨਾ ਬਣ ਗਿਆ ਵੀ ਅੱਜ 100 ਸਾਲ ਮਹਾਂਪੁਰਖਾਂ ਦਾ ਜਨਮ ਦਿਨ ਦਰਸ਼ਨੀ ਕਰ ਚੱਲੀਏ। ਤੇ ਜਦੋਂ ਕੋਲ ਆ ਕੇ ਫਤਿਹ ਬੁਲਾਈ ਤੇ ਹਾਲ ਚਾਲ ਪੁੱਛਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ। ਅੰਮ੍ਰਿਤਸਰ ਸਿਫਤੀ ਦਾ ਘਰ, ਅੰਮ੍ਰਿਤਸਰ ਸਿਫਤੀ ਦਾ ਘਰ 4-5 ਵਾਰੀ ਮਹਾਂਪੁਰਖਾਂ ਨੇ ਰਸਨਾ ਤੋਂ ਕਹਿਣਾ। ਤੇ ਜਦੋਂ ਮਹਾਂਪੁਰਖਾਂ ਨੂੰ ਜਨਮ ਦੀ ਦਾਸ ਨੇ ਵਧਾਈ ਦਿੱਤੀ ਨੇੜੇ ਹੋ ਕੇ, ਤੇ ਕਹਿਣ ਲੱਗੇ ਮੈਂ ਤੇ ਬੁੱਢਾ ਹੋ ਗਿਆ। ਮੈਂ ਕਿਹਾ ਮਹਾਰਾਜ ਬੁੱਢੇ ਤੇ ਸਾਡੇ ਵਰਗੇ ਹੁੰਦੇ ਨੇ, ਗੁਰਮੁਖ ਬੁੱਢੇ ਕਦੇ ਨਹੀਂ, ਇੰਨਾ ਹੀ ਕਿਹਾ ਸੀ। ਨਾਲ ਗੁਰਮੁਖ ਦੀ ਪਰਿਭਾਸ਼ਾ ਦੱਸਣ ਲੱਗ ਪਏ। 10-15 ਮਿੰਟ ਐਸਾ ਮਹਾਂਪੁਰਖਾਂ ਨੇ ਗਿਆਨ ਗੁਰਮੁਖ ਦੀ ਅਵਸਥਾ ਦੇ ਬਾਰੇ ਸੁਣਾਉਣਾ ਕੀਤਾ। ਤੇ ਫਿਰ ਉੱਥੇ ਮਹਾਂਪੁਰਖ ਕਪਾਟ ਹੀ ਖੋਲ੍ਹ ਦਿੰਦੇ ਨੇ। ਉਹਨਾਂ ਸਾਧੂ ਮਹਾਂਪੁਰਖਾਂ ਨੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੀ ਜਦੋਂ ਸੇਵਾ ਸੌਂਪਣਾ ਕੀਤੀ ਸੀ, ਉਸ ਵੇਲੇ ਵੀ ਖੜੇ ਹੋ ਕੇ ਕਹਿਣ ਲੱਗੇ ਮੈਂ ਸੇਵਾ ਦੇ ਯੋਗ ਨਹੀਂ ਹਾਂ, ਕੋਈ ਯੋਗ ਸਿੰਘ ਹੋਵੇ ਤੇ ਉਹਨੂੰ ਸੇਵਾ ਸੌਂਪੀ ਜਾਵੇ। ਤਿਆਗ ਸੀ ਮਹਾਂਪੁਰਖਾਂ ਦੇ ਅੰਦਰ। ਸੰਤ ਬਾਬਾ ਅਜੈਬ ਸਿੰਘ ਜੀ ਮਹਾਂਪੁਰਖਾਂ ਨੇ ਮੈਕ ਫੜ ਲਿਆ, ਕਹਿਣ ਲੱਗੇ ਮੋਹਨ ਸਿੰਘ ਤੈਨੂੰ ਹੁਕਮ ਕਰਨ ਲੱਗੇ ਹਾਂ ਤੇ ਇਹਨਾਂ ਸਥਾਨਾਂ ਦੀ ਸੇਵਾ ਤੈਨੂੰ ਸਾਂਭਣੀ ਪਵੇਗੀ। ਸਾਧੂ ਕਿਹਾ ਕਰਦੇ ਸੀ ਮਹਾਂਪੁਰਖ ਮੈਂ ਤਾਂ 1 ਮਿੰਟ ਨਾ ਲਾਵਾਂ, ਅਸਥਾਨ ਨੂੰ ਤਿਆਗ ਦੇਵਾਂ। ਤੇ ਪਰੰਤੂ ਉਹਨਾਂ ਵੱਡਿਆਂ ਨੇ ਹੁਕਮ ਲਾ ਕੇ ਬਿਠਾਇਆ, ਅਖੀਰਲੇ ਸਵਾਸ ਤੱਕ ਮੈਂ ਬਚਨ ਪੁਗਾ ਜਾਣਾ। ਪੁਗਾ ਕੇ ਗਏ ਨੇ ਮਹਾਂਪੁਰਖ। ਤਿਆਗ ਬੈਰਾਗ ਦਾ ਸਵਰੂਪ ਅੰਤਲੇ ਸਮੇਂ ਜਿੱਦਣ ਦਰਸ਼ਨ ਕੀਤੇ ਮਹਾਂਪੁਰਖਾਂ ਦੇ, ਉਸ ਦਿਨ ਵੀ ਉਹਨਾਂ ਦਾ ਤਿਆਗ ਹੀ ਡੁੱਲ ਡੁੱਲ ਕੇ ਪੈਂਦਾ ਸੀ। ਕਿੰਨੀ ਸਾਦਗੀ ਵਿੱਚ ਮਹਾਂਪੁਰਖਾਂ ਨੇ ਸਾਰਾ ਆਪਣਾ ਜੀਵਨ ਬਸਰ ਕੀਤਾ। 2-4 ਅੱਖਰ ਪੜ੍ਹ ਕੇ ਮੇਰੇ ਵਰਗਾ ਹੰਕਾਰੀ ਬਣ ਜਾਂਦਾ, ਮਾਣ ਕਰਨ ਲੱਗ ਜਾਂਦਾ ਮੇਰੇ ਵਰਗਾ ਕੋਈ ਵਿਦਵਾਨ ਹੀ ਨਹੀਂ ਹੈ।
ਇੱਥੇ ਵੱਡੇ ਵੱਡੇ ਵਿਦਵਾਨ ਆ ਕੇ ਝੁਕਦੇ ਵੇਖੇ ਸੀ। ਤਖਤਾਂ ਦੇ ਜਥੇਦਾਰ ਸਹਿਬਾਨ, ਹੋਰ ਅਨੇਕਾਂ ਜਿੰਨੇ ਵੀ ਪੰਥ ਦੇ ਮਹਾਨ ਜਿਹੜੀਆਂ ਸੇਵਾਵਾਂ ਕਰਨ ਵਾਲੇ ਗੁਰਮੁਖ ਮਹਾਂਪੁਰਖਾਂ ਕੋਲ ਬੈਠ ਕੇ ਰਹਿ ਲਿਆ ਕਰਦੇ ਸਨ। ਕਮਾਈ ਸੀ ਉਹਨਾਂ ਮਹਾਂਪੁਰਖਾਂ ਦੀ, ਜੀਵਨ ਸੀ, ਜਪ ਤਪ ਉਹਨਾਂ ਨੇ ਕੀਤੇ ਨੇ। ਉਹਨਾਂ ਸਤਿਪੁਰਖਾਂ ਨੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ 51 ਸਾਲ 4 ਮਹੀਨੇ 24 ਦਿਨ ਇੰਨਾ ਲੰਬਾ ਸਮਾਂ ਸੇਵਾਵਾਂ ਕੀਤੀਆਂ ਤਿਆਗ ਵਿੱਚ ਰਹਿ ਕੇ। ਅੱਜ ਦੇ ਡੇਰਿਆਂ ਵਿੱਚ ਸਾਰੇ ਨਹੀਂ, ਬਹੁਤੇ ਇਹ ਹਾਲ ਹੋ ਗਿਆ ਕਿ ਬਾਹਰੋਂ ਲੋਕਾਂ ਦੀਆਂ ਜੇਬਾਂ ਵਿੱਚੋਂ ਮਾਇਆ ਕੱਢਣ ਤੱਕ ਅਸੀਂ ਜਾਂਦੇ ਹਾਂ। ਇੱਥੇ ਸਾਧੂਆਂ ਕੋਲ ਕੈਨੇਡਾ ਤੋਂ ਇੱਕ ਗੁਰਮੁਖ ਆਇਆ, ਕਹਿਣ ਲੱਗਿਆ ਜੀ ਮਾਇਆ ਲਾਉਣੀ ਸਥਾਨਾਂ ਦੇ ਉੱਪਰ, ਆ ਮਾਇਆ ਲੈ ਲਓ। ਮਹਾਂਪੁਰਖ ਕਹਿੰਦੇ ਕੀ ਕੰਮ ਕਰਦਾ ਉੱਥੇ? ਮਹਿੰਗਾਈ ਦਾ ਸਮਾਂ, ਟਾਈਮ ਹੀ ਮਸਾਂ ਪਾਸ ਹੁੰਦਾ, ਲੋਕ ਓਵਰ ਟਾਈਮ ਲਾ ਕੇ ਕੰਮ ਕਰਦੇ ਨੇ। ਉਹਨੇ ਸਾਰਾ ਕੁਝ ਦੱਸਿਆ ਜੀ, ਇੰਨੇ ਘੰਟੇ ਬਣਦੇ ਨੇ, ਇੰਨੀ ਮਾਇਆ ਬਣਦੀ। ਕਹਿੰਦੇ ਦਸਵੰਧ ਕਿੰਨਾ ਬਣਿਆ? ਕਹਿੰਦੇ ਜੀ ਇੰਨਾ ਬਣ ਗਿਆ। ਤੇ ਉਹਨੂੰ ਕਹਿੰਦੇ ਇਸ ਤਰ੍ਹਾਂ ਕਰ, ਇੱਥੋਂ ਠੱਕਰਵਾਲ ਚਲਿਆ ਜਾ, ਉੱਥੇ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਸੇਵਾ ਚੱਲਦੀ, ਗੁਰੂ ਨਾਨਕ ਜੀ ਦੇ ਸਥਾਨ ਤੇ ਸੇਵਾ ਲਾ ਦੇ, ਤੇਰੀ ਸਫਲੀ ਹੋ ਜਾਵੇਗੀ। ਮਾਇਆ ਕਿੱਥੋਂ ਲਿਆਂਦੀ, ਕਿਵੇਂ ਆਈ, ਕਿਹੜਾ ਪੁੱਛਦਾ ਅੱਜ ਕੱਲ੍ਹ? ਤਿਆਗੀ ਵੈਰਾਗੀ ਹਰੇਕ ਨੂੰ ਕਹਿ ਦਿੰਦੇ। ਸੰਤ ਗਿਆਨੀ ਮੋਹਨ ਸਿੰਘ ਜੀ ਵਰਗਾ ਤਿਆਗੀ, ਉਹਨਾਂ ਵਰਗਾ ਵੈਰਾਗੀ, ਉਹਨਾਂ ਵਰਗਾ ਅਨੁਰਾਗੀ ਪ੍ਰੇਮੀ ਨਹੀਂ ਕੋਈ ਦੁਨੀਆ ਤੇ ਹੋ ਸਕੇਗਾ। ਮਹਾਂਪੁਰਖ ਦੀ ਇੱਕ ਜਵਾਨ ਨਾਲ ਮੈਂ ਵਡਿਆਈ ਕਰਕੇ ਉਹਨਾਂ ਨੂੰ ਵੱਡਾ ਨਹੀਂ ਕਰ ਸਕਦਾ। ਉਹ ਵੱਡਿਆਂ ਦੀਆਂ ਵਡਿਆਈਆਂ ਵੱਡੀਆਂ ਹੋਇਆ ਕਰਦੀਆਂ। ਇਹ ਹੁਕਮ ਲੱਗਿਆ ਸੀ ਆਪ ਸੰਗਤਾਂ ਵੱਲੋਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਸਥਾਨਾਂ ਦੇ ਉੱਪਰ ਜਿਹੜੇ ਸਿੰਘ ਅੱਜ ਰਹਿ ਰਹੇ, ਉਹਨਾਂ ਵਿੱਚ ਵੀ ਤਿਆਗ ਡੁੱਲ ਡੁੱਲ ਕੇ ਪੈਂਦਾ ਹੈ। ਜਿਸ ਦਿਨ ਮਹਾਂਪੁਰਖਾਂ ਦਾ ਅੰਗੀਠਾ ਅਗਨ ਭੇਟ ਕੀਤਾ ਗਿਆ, ਉਸੇ ਦਿਨ ਸਾਰਿਆਂ ਦੀਆਂ ਨੀਵੀਆਂ ਡਿੱਗ ਚੁੱਕੀਆਂ ਸੀ, ਅੰਦਰ ਹਿੱਲ ਚੁੱਕੇ ਸੀ। ਦਾਸ ਨੂੰ ਵੀ 3 ਦਿਨ ਬਹੁਤ ਜ਼ਿਆਦਾ ਮਨ ਵਿੱਚ ਉਪਰਾਮਤਾ ਬਣੀ ਰਹੀ ਕਿ ਜਿਵੇਂ ਸਭ ਕੁਝ ਹੀ ਚਲਿਆ ਗਿਆ ਹੋਵੇ ਕੋਲੋਂ। ਤੇ ਫਿਰ ਸਿੰਘਾਂ ਨੇ ਗੁਰਮਤਾ ਕੀਤਾ, ਜਿਹੜਾ ਇੱਥੋਂ ਦਾ ਪ੍ਰਬੰਧਕੀ ਜੱਥਾ ਬਣਾਇਆ ਸੀ ਮਹਾਂਪੁਰਖਾਂ ਨੇ। ਤਿਆਗੀਆਂ ਦੇ ਅੱਗੇ ਵਿਦਿਆਰਥੀ ਵੀ ਤਿਆਗੀ ਬੈਠੇ ਨੇ। ਪ੍ਰਬੰਧਕੀ ਜੱਥੇ ਦੇ ਵਿੱਚ ਸਤਿਕਾਰਯੋਗ ਗਿਆਨੀ ਨਰਿੰਜਨ ਸਿੰਘ ਜੀ ਖੰਨਾ ਜੀ ਵੱਡੇ ਮਹਾਂਪੁਰਖਾਂ ਦੇ ਵਿਦਿਆਰਥੀ ਹਨ। ਇਹ ਜੱਥੇ ਦੇ ਵਿੱਚ ਨੇ। ਇਹਨਾਂ ਦੇ ਨਾਲ ਮਹਾਂਪੁਰਖਾਂ ਦੇ ਗੜਵਈ ਹੋ ਕੇ ਸੇਵਾ ਕਰਨ ਵਾਲੇ, ਜਿਹੜੇ ਆਪਣੇ ਹੱਥਾਂ ਤੇ ਮਹਾਂਪੁਰਖਾਂ ਦੀ ਕਿਰਿਆ ਕਰਵਾਉਂਦੇ ਰਹੇ, ਸਤਿਕਾਰਯੋਗ ਭਾਈ ਕੁਲਵੰਤ ਸਿੰਘ ਜੀ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਸਾਇਆ ਜੀ, ਤੇ ਨਾਲ ਭਾਈ ਰਛਪਾਲ ਸਿੰਘ ਜੀ, ਜਿਨ੍ਹਾਂ ਨੂੰ ਅਭਿਆਸੀ ਕਿਹਾ ਜਾਂਦਾ। ਇਹਨਾਂ 5 ਪ੍ਰਬੰਧਕੀ ਜੱਥੇ ਵਾਲਿਆਂ ਨੇ, ਤੇ ਨਾਲ ਸਤਿਕਾਰਯੋਗ ਬਾਬਾ ਨਾਜਰ ਸਿੰਘ ਜੀ, ਜਿਹੜੇ ਬੁੰਗੇ ਵਿੱਚ ਸੇਵਾ ਕਰਦੇ ਅੰਮ੍ਰਿਤਸਰ ਸਾਹਿਬ। ਉਹਨਾਂ ਦੇ ਨਾਲ ਬਾਬਾ ਸਾਧੂ ਸਿੰਘ ਜੀ, ਵੱਡੇ ਮਹਾਂਪੁਰਖਾਂ ਦੇ ਜਿਹੜੇ ਵਿਦਿਆਰਥੀ, ਮਹਾਂਪੁਰਖਾਂ ਦੀ ਲੰਬਾ ਸਮਾਂ ਇਹਨਾਂ ਨੇ ਗੜਵਈ ਦੀ ਸੇਵਾ ਕੀਤੀ। ਭਾਈ ਬਖਸ਼ੀਸ਼ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ, ਇਹ ਸਾਰੇ ਮਹਾਂਪੁਰਖਾਂ ਦੇ ਜੱਥੇ ਦੇ ਸਿੰਘਾਂ ਇਕੱਠੇ ਹੋ ਕਰਕੇ ਦੋਨਾਂ ਭਿੰਡਰ ਕਲਾਂ ਤੇ ਛੋਟੇ ਭਿੰਡਰਾਂ ਦੋਹਾਂ ਦੀ ਨਗਰਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕਰਕੇ ਮਹਾਂਪੁਰਖਾਂ ਦੀ ਜਿਹੜੀ ਦਸਤਾਰ ਹੈ, ਉਹ ਅਤੀ ਸਤਿਕਾਰਯੋਗ ਗਿਆਨੀ ਕਪੂਰ ਸਿੰਘ ਜੀ ਮਹੰਤ ਜੀ, ਉਹਨਾਂ ਦੀ ਚੋਣ ਸਾਰਿਆਂ ਨੇ ਕੀਤੀ। ਦਾਸ ਰੋਮ ਰੋਮ ਕਰਕੇ ਰਿਣੀ ਇਹਨਾਂ ਸਾਰੇ ਗੁਰਮੁਖ ਪਿਆਰਿਆਂ ਦਾ, ਦੋਨਾਂ ਨਗਰਾਂ ਦੀਆਂ ਪੰਚਾਇਤਾਂ, ਸਮੁੱਚੀਆਂ ਸੰਗਤਾਂ ਦਾ, ਜਿਨ੍ਹਾਂ ਨੇ ਮਹੰਤ ਜੀ ਦੀ ਚੋਣ ਕੀਤੀ ਕਿ ਇਹ ਸਥਾਨ ਦੀ ਸੇਵਾ ਮਹੰਤ ਜੀ ਕਰਨਗੇ, ਤੇ ਬਾਕੀ ਸਾਰੇ ਸਿੰਘ ਨਾਲ ਹੋ ਕਰਕੇ ਵੱਖੋ ਵੱਖਰੀਆਂ ਡਿਊਟੀਆਂ ਕਰਕੇ ਸੇਵਾਵਾਂ ਕਰਨਗੇ। ਨਹੀਂ, ਸਥਾਨਾਂ ਤੇ ਹਰ ਕਿਸੇ ਨੂੰ ਖਿੱਚ ਹੁੰਦੀ। ਇਹਨਾਂ ਨੇ ਬਹੁਤ ਤਿਆਗ ਦਿਖਾਇਆ ਸਿੰਘਾਂ ਨੇ ਆਪਣਾ, ਪਿੱਛੇ ਹੋ ਕਰਕੇ ਮਹੰਤ ਜੀ ਨੂੰ ਦਸਤਾਰ ਦਿੱਤੀ ਹੈ। ਅੱਜ ਵੀ ਆਪਾਂ ਸਮੁੱਚੀਆਂ ਸੰਗਤਾਂ ਨੇ ਮਹੰਤ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਦਸਤਾਰਬੰਦੀ ਦੀ ਮਰਿਆਦਾ ਉਹ ਗੁਰਮਤ ਮਰਿਆਦਾ ਅਨੁਸਾਰ ਸੰਪੰਨ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਮਹੰਤ ਜੀਆਂ ਦੇ ਇਹਨਾਂ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਵੱਡੇ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਚਲਾ ਕੇ ਉਸੇ ਤਰ੍ਹਾਂ ਸਥਾਨਾਂ ਦੀਆਂ, ਪੰਥ ਦੀਆਂ ਮਹਾਨ ਜਿਹੜੀਆਂ ਸੇਵਾਵਾਂ ਕਰਵਾਉਂਦੇ ਰਹਿਣ।